स्वागत है सब ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਮੋਹਾਲੀ ਦੀ ਗਿਣਤੀ ਤੋਂ ਬਾਅਦ ਪੰਜਾਬ ਦੇ ਲੋਕਲ ਬੋਡੀ ਦੇ ਚੁਣਾਵ ਜਿਹੜੇ ਹੈ ਸੰਪन्न ਹੋਏ ਨੇ। ਮੈਨੂੰ ਤਾਂ ਲੱਗਦਾ ਕਈ ਵਾਰੀ ਕਿ ਚੁਣਾਵ ਸ਼ਬਦ ਦਾ ਪਰਾਇਵਾਚੀ ਜਿਹੜਾ ਹੈ ਔਰ ਇਹਦਾ ਅਰਥ ਵੀ ਇਸ ਸਰਕਾਰ ਨੇ ਬਦਲ ਕੇ ਰੱਖਤਾ ਹੈ। ਚੁਣਾਵ ਦਾ ਅਰਥ ਹੈ ਕਿ ਜਨਮਤ ਦੇ ਦੁਆਰਾ ਲੋਕਾਂ ਦੇ ਦੁਆਰਾ ਲੋਕੀ ਆਪਣੇ ਮਤ ਦੇ ਪ੍ਰਯੋਗ ਦੇ ਨਾਲ ਸਥਾਨੀ ਪ੍ਰਤੀਨਿਧੀਆਂ ਦੀ ਚੋਣ ਕਰਨ। लेकिन नोमीनेशन तो लैके हुण तक चुनाव के नतीजे आने तक जिस प्रकार का पंजाब का वातावरण इस मोतियां वाली सरकार अमरिंदर की सरकार ने बनाया, मैनूं लगता है कि जदों भी पंजाब के लोकतंत्र का इतिहास लिखा जाएगा तो इस चुनाव नूं काले अखरां दे नाल अंकित किया जाएगा। चुनाव के नां दे उत्ते जनमत नूं जिस तरीके नाल लुटिया गया इहदा उदाहरण लोकतंत्र के अंदर बहुत घट मिलता है। कांग्रेस उन्होंने अध्यक्ष अमरिंदर जी भी अपनी पिठ थपथपा रहे हैं कि स्थानीय निकाय चुनावों के अंदर प्रचंड बहुमत हासिल किया। अगर इनू बहुमत कहा जाता है डंडे के जोर से, पुलिस के जोर से, प्रशासन के जोर से कांग्रेस की तो जित जरूर हुई है, लेकिन पंजाब के अंदर लोकतंत्र जिहड़ा वो हारिया, लोकतंत्र शर्मसार होया। लोकां दे मत का अधिकार ही नहीं करन दिता और नॉमिनेशन तो लैके पोलिंग तक भारतीय जनता पार्टी के मैं उन्होंने कार्यकर्ताओं को भी जरूर तुहाडे माध्यम के नाल शूरवीरां नूं सलाम पेश करांगा जिन्हां 1049 कार्यकर्ता ने इतनियां विपरीत परिस्थितियां के अंदर भी कमल के निशान और अपने विचार के नाल दृढ़ता नाल खड़े रहना स्वीकार किया, अपने जीवन को भी जोखिम च पाया। यह कैसा लोकतंत्र है कि एक पार्टी का अपना नुमाइंदा जिहड़ा चुनाव लड़ रहा है उहदे कार्यालय पुलिस द्वारा बंद होंदे ने। यह अमरिंदर जी का कैसा लोकतंत्र है जिहदे अंदर कैंडिडेट घर घर जाके प्रचार करने लई स्वतंत्र नहीं है। एक कैसा लोकतंत्र है वो अपनी सभावां नहीं कर सकता। एक ऐसा लोकतंत्र अपने पोस्टर नहीं लगा सकता। और ये अगर इनू लोकतंत्र कहा जाता है तो डंडा तंत्र की है? ये डंडा तंत्र सी अमरिंदर का, ये कांग्रेस की सरकार का डंडा तंत्र सी जिहदे कारण उन्होंने इस चुनाव के अंदर जनमत नूं पाया नहीं है, जनमत नूं खोया। अज जरूर उन्होंने लग रहा होगा, अज पिठ तपतपा रहे होंगे पंजाब ने भी, पंजाबियों ने भी, वोटरां ने भी इस दृश्य को बड़े कोलों देखा है और पंजाबी मौका आने का जवाब भी दिंदा है। अगर अमरिंदर जी को किसी का धन्यवाद करना है तो DGP पंजाब पुलिस का धन्यवाद करन कि उन्होंने चुनाव जिताता। उन्होंने धन्यवाद करना है तो स्टेट इलैक्शन कमीशन का धन्यवाद करन जिहड़े कुंभकर्णी नींद सुता रहा।
ਉਹਨਾਂ ਨੂੰ ਧੰਨਵਾਦ ਕਰਨਾ ਤੇ ਆਪਣੇ ਪ੍ਰਸ਼ਾਸਨ ਦਾ ਕਰਨ, ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਲੋਕਤੰਤਰ ਨੂੰ ਚੀਰ-ਚੀਰ ਹੁੰਦਾ ਦੇਖਿਆ। ਭਾਰਤੀ ਜਨਤਾ ਪਾਰਟੀ ਇਹਨਾਂ ਰਿਜ਼ਲਟਾਂ ਨੂੰ ਪੂਰੀ ਤਰ੍ਹਾਂ ਨਾਲ ਰਿਜੈਕਟ ਕਰਦੀ ਹੈ। ਇਹ ਲੋਕਤੰਤਰ ਦੀ ਹੱਤਿਆ ਹੋਈ ਹੈ, ਲੋਕਾਂ ਦੇ ਮਤ ਦੇ ਅਧਿਕਾਰ ਦਾ ਹਨਨ ਹੋਇਆ, ਲੋਕਾਂ ਦੇ ਮਤ ਦੇ ਅਧਿਕਾਰ ਨੂੰ ਖੋਇਆ ਗਿਆ, ਉੱਥੇ ਲੁੱਟ ਪਾਈ ਗਈ ਹੈ। ਜਰਾ ਵਿਚਾਰ ਕਰੋ, 4 ਸਾਲ ਦੀ ਐਸੀ ਕਿਹੜੀ ਕਾਰਗੁਜ਼ਾਰੀ ਸੀ ਜਿਹਦੇ ਕਾਰਨ ਉਹਨਾਂ ਨੂੰ ਇਹ ਬਹੁਮਤ ਮਿਲਣਾ ਚਾਹੀਦਾ ਸੀ। ਇਸ ਕਰਕੇ ਬਹੁਮਤ ਮਿਲਣਾ ਚਾਹੀਦਾ ਸੀ ਕਿ ਦਲਿਤ ਬੱਚਿਆਂ ਦਾ ਵਜ਼ੀਫਾ ਖਾ ਲਿਆ, ਘੁਟਾਲਾ ਕਰਤਾ। ਇਸ ਕਰਕੇ ਬਹੁਮਤ ਮਿਲਣਾ ਚਾਹੀਦਾ ਸੀ ਕਿ ਘਰ ਘਰ ਸ਼ਰਾਬ ਪਹੁੰਚਾਤੀ, ਨਸ਼ਾਬੰਦੀ ਦੇ ਕਰਨ ਵਾਲਿਆਂ ਨੇ ਦੀ ਕਸਮ ਖਾਣ ਵਾਲਿਆਂ ਨੇ। ਇਸ ਕਰਕੇ ਬਹੁਮਤ ਮਿਲਣਾ ਚਾਹੀਦਾ ਸੀ ਕਿ ਘਰ ਘਰ ਨੌਕਰੀ ਦੀ ਜਗ੍ਹਾ ਘਰ ਘਰ ਨੌਜਵਾਨਾਂ ਦੇ ਹੱਥ ਸ਼ਰਾਬ ਫੜਾਤੀ। ਇਸ ਕਰਕੇ ਇਹ ਢੋਂਗ, ਇਸ ਤੋਂ ਚੰਗਾ ਸੀ ਨੋਮੀਨੇਸ਼ਨਾਂ ਕਰ ਲੈਂਦੇ, ਇਸ ਤੋਂ ਅੱਛਾ ਸੀ ਕਿ ਨੋਮੀਨੇਸ਼ਨ ਕਰ ਲੈਂਦੇ। ਲੇਕਿਨ ਪ੍ਰਪੰਚ ਰਚਿਆ। ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਇਹਨਾਂ ਵਿਪਰੀਤ ਪ੍ਰਸਥਿਤੀਆਂ 'ਚ, ਜਦੋਂ ਨੇਤਾ ਬਾਹਰ ਨਹੀਂ ਜਾ ਸਕਦੇ, ਮੈਂ ਬਾਹਰ ਗਿਆ ਪ੍ਰਚਾਰ ਦੇ ਲਈ, ਮੀਟਿੰਗ ਕਰਨ ਨਹੀਂ ਜਾ ਸਕਦਾ ਸੀ, ਲਾਠੀ ਡੰਡਿਆਂ ਦੇ ਨਾਲ, ਪੱਥਰਾਂ ਦੇ ਨਾਲ ਕਾਂਗਰਸੀ ਗੁੰਡੇ ਹਮਲਾ ਕਰਦੇ ਨੇ। ਹੁਸ਼ਿਆਰਪੁਰ ਦੇ ਅੰਦਰ ਹਮਲਾ ਹੁੰਦਾ, ਕਾਰਜਕਰਤਾ ਜਿਹੜਾ ਕੈਂਡੀਡੇਟ ਹੈ ਉਹਦੇ ਪਤੀ ਨੂੰ ਉਠਾ ਕੇ ਕੁੱਟਿਆ ਜਾਂਦਾ, ਉਹ ਦੁਖੀ ਹੋ ਕੇ ਸੁਸਾਈਡ ਕਰ ਲੈਂਦਾ। ਇਸ ਪ੍ਰਕਾਰ ਦੀਆਂ ਅਨੇਕ ਘਟਨਾਵਾਂ ਤੋਂ ਬਾਅਦ ਵੀ ਅਗਰ ਉਹਨਾਂ ਨੂੰ ਲੱਗਦਾ ਕਿ ਇਹ ਚੁਣਾਵ ਉਹਨਾਂ ਨੇ ਜਿੱਤਿਆ ਤੇ ਮੈਨੂੰ ਲੱਗਦਾ ਉਹਨਾਂ ਨੂੰ ਮੁਬਾਰਕ ਹੈ। ਲੇਕਿਨ ਆਉਣ ਵਾਲੇ ਸਮੇਂ ਦੇ ਅੰਦਰ ਭਾਰਤੀ ਜਨਤਾ ਪਾਰਟੀ 2022 ਲਈ ਤਿਆਰ ਹੈ। ਉਦੋਂ ਇਹ ਵਾਲਾ ਪੰਜਾਬ ਦਾ ਚੁਣਾਵ ਯੋਗ ਨਹੀਂ ਕੰਮ ਕਰਨਾ, ਉਸ ਵੇਲੇ ਪ੍ਰਸ਼ਾਸਨ ਨੇ ਮੂਕ ਦਰਸ਼ਕ ਨਹੀਂ ਬਣਨਾ। ਦੇਸ਼ ਦੇ ਚੁਣਾਵ ਯੋਗ ਨੇ ਉਸ ਵੇਲੇ ਚੁਣਾਵ ਕਰਾਣਾ। ਉਸ ਵੇਲੇ ਧਾਂਦਲੀ ਨਹੀਂ ਹੋਣੀ, ਉਸ ਵੇਲੇ ਗੁੰਡਾਗਰਦੀ ਨਹੀਂ ਹੋਣੀ, ਉਸ ਵੇਲੇ ਬੂਥਾਂ ਤੋਂ ਪੋਲਿੰਗ ਏਜੰਟਾਂ ਨੂੰ ਮੈਂ ਹਾਲਤ ਕੀ ਹੈ, ਕੈਂਡੀਡੇਟ ਬਾਹਰ, ਕੈਂਡੀਡੇਟ ਦਾ ਇਲੈਕਸ਼ਨ ਏਜੰਟ ਬਾਹਰ, ਕੈਂਡੀਡੇਟ ਦਾ ਪੋਲਿੰਗ ਏਜੰਟ ਬਾਹਰ, ਅੰਦਰ ਕੌਣ? ਕਾਂਗਰਸ ਦੇ ਕੈਂਡੀਡੇਟ, ਪੁਲਿਸ ਦੇ ਮੁਲਾਜ਼ਮ। ਔਰ ਇਸ ਪ੍ਰਕਾਰ ਦਾ ਘਨੌਣਾ ਲੋਕਤੰਤਰ ਦਾ ਚਿਹਰਾ ਇਹਨਾਂ ਨੇ ਬਣਾਇਆ ਕਿ ਸ਼ਰਮ ਆਉਣਾ ਸ਼ੁਰੂ ਹੋ ਜਾਂਦੀ ਹੈ ਕਿ ਅਸੀਂ ਇਸ ਲੋਕਤੰਤਰ ਦਾ ਹਿੱਸਾ। ਸਾਡਾ ਲੋਕਤੰਤਰ ਤੇ ਐਸਾ ਨਹੀਂ ਹੈ। ਜੋ ਚਿਹਰਾ ਪੰਜਾਬ ਦੇ ਅੰਦਰ ਅਮਰਿੰਦਰ ਦੀ ਸਰਕਾਰ ਨੇ ਬਣਾਇਆ, ਲਿਸਟਾਂ ਦੇ, ਕਦੀ ਕਿਸੇ ਨੇ ਸੁਣਿਆ ਵੋਟਰ ਲਿਸਟ ਜਿਹੜੀ ਪਾਰਟੀਆਂ ਨੂੰ ਦਿੱਤੀ ਜਾਏ, ਜਿਹੜੀ ਕੈਂਡੀਡੇਟਾਂ ਨੂੰ ਦਿੱਤੀ ਜਾਏ, ਸਵੇਰੇ ਜਦੋਂ ਉਹ ਵੋਟਾਂ ਦੇ ਲਈ ਜਾਂਦੇ ਨੇ, ਹਰ ਬੂਥ ਦੇ ਉੱਤੇ 100 ਵੋਟਰ ਲਿਸਟ ਵੱਧ ਗਈ ਹੋਏ। 100 ਨਾ ਉਸ ਵਾਰਡ ਦੇ ਰਹਿਣ ਵਾਲੇ ਨੇ, ਬਾਹਰੋਂ ਦੀ ਉਹਨਾਂ ਦੇ ਵੋਟ ਬਣਾਏ ਜਾਂਦੇ ਆ, ਬਾਹਰ ਦੇ ਰਹਿਣ ਵਾਲੇ ਲੋਕਾਂ ਦੇ। ਅਗਰ ਇੱਕ ਬੂਥ ਤੇ 100 ਬੰਦੇ ਆ ਤੇ 300 ਸਾਇਲੈਂਟ ਰੈਕੀ ਕੀਤੀ ਹੈ, ਪੂਰੀ ਤਰ੍ਹਾਂ ਲੁੱਟ ਕੀਤੀ ਹੈ। 300 ਵੋਟ, ਮੈਂ ਉਹਦੇ ਸਬੂਤ ਵੀ ਹੈ, ਪੋਲੀਟੀਕਲ ਪਾਰਟੀਆਂ ਬਾਕੀਆਂ ਕੋਲ ਵੀ ਹੈਗੇ ਨੇ। ਐਸੇ ਵਾਤਾਵਰਨ 'ਚ ਚੁਣਾਵ ਦੀ ਜਿੱਤ ਦੇ ਉੱਤੇ ਹਾਏ ਤੋਬਾ ਕਰਨਾ, 4 ਸਾਲ ਦੀਆਂ ਨਾਕਾਮੀਆਂ ਨੂੰ ਛੁਪਾਉਣ ਦੇ ਲਈ ਜਿੱਤ ਦਾ ਸਿਹਰਾ ਲੈਣਾ, ਮੈਨੂੰ ਲੱਗਦਾ ਅੰਦਰੋਂ ਉਹਨਾਂ ਨੂੰ ਵੀ ਪਤਾ ਹੈ। 22 ਤਿਆਰ ਹੈ ਔਰ ਭਾਰਤੀ ਜਨਤਾ ਪਾਰਟੀ 22 ਦੇ ਲਈ ਪੂਰੀ ਤਰ੍ਹਾਂ ਨਾਲ ਪੰਜਾਬ ਲਈ, ਪੰਜਾਬੀਆਂ ਲਈ, ਪੰਜਾਬ ਦੇ ਹਿੱਤ ਦੇ ਲਈ ਇਹ ਜਿਹੜਾ ਚੁਣਾਵ ਹੋਇਆ ਕਿਹਨਾਂ ਪ੍ਰਸਥਿਤੀਆਂ 'ਚ ਹੋਇਆ ਸਭ ਨੂੰ ਪਤਾ ਹੈ। ਪੱਤਰਕਾਰਾਂ ਨੂੰ ਵੀ ਪਤਾ ਹੈ, ਪੰਜਾਬ ਦੀ ਜਨਤਾ ਨੂੰ ਵੀ ਪਤਾ ਹੈ। ਅਸਲੀ ਚਿਹਰਾ ਤਾਂ 22 'ਚ ਪਤਾ ਲੱਗੂਗਾ ਕਿ ਪੰਜਾਬੀ ਇਹਨਾਂ ਦੀ ਕਾਰਗੁਜ਼ਾਰੀ ਤੋਂ, ਅਮਰਿੰਦਰ ਦੇ ਸ਼ਾਸਨ ਤੋਂ, ਕੁਸ਼ਾਸਨ ਤੋਂ ਕਿਤਨਾ
दुखी ने। उस वेले पिठ जरूर थपथपाना कांग्रेस नूं मैं जरूर कहना चाहना, इंतजार करो, इन्नी जल्दबाजी ना करो। और भारतीय जनता पार्टी 22 के चुनाव नूं बड़ी गंभीरता नाल लै रही है। और ये चुनाव साडे लई चुनौती सी। चुनौती चुनाव जितन तो ज़्यादा कैंडिडेट खड़े करने की चुनौती सी। जिस प्रकार किसान अंदोलन की आड़ के अंदर कांग्रेस के गुंडियां ने पंजाब के अंदर भय का डर का वातावरण पैदा किया सी कि बीजेपी का फार्म भरिया तो सोशल बाईकाट हो जाएगा। बीजेपी ने चुनाव चिन्ह चुनाव लड़िया तो जान माल की राखी करना तेरा अपने जुम्मे है। सरकार का काम सी कि अगर चुनाव की घोषणा की है तो ऐसा वातावरण दिंदी जिसके अंदर कानून का राज होंदा, जिसके अंदर निष्पक्ष रूप से कैंडिडेट विचर सकते। लेकिन ऐसा वातावरण देने की जगह पूरी तरह प्रशासनिक तंत्र का प्रयोग करके इस चुनाव नूं कांग्रेस ने जितया। मैं जिदा पहला कहा, भारतीय जनता पार्टी इस नतीजों नूं पूरी तरह नकारती है और ये गल कहती है कांग्रेस जीती है, लोकतंत्र हारिया, जनमत की हार हुई है, डंडा तंत्र की जित हुई है। लेकिन इसका बदला 2022 के अंदर यही पंजाब के पंजाबी, पंजाब का जागरूक वोटर जिहड़ा वोट पाण गया तो उन्होंने पता लग गया वोट पै गया, जिहड़ा वोट पाण गया कि मेरा ना ही नहीं है, जिहड़ा वोट रहिंदा किसी वार्ड च तो वोट उहदा किसी होर वार्ड च शिफ्ट करता। ये सारिया गल्लां दा जवाब 2022 इन्हां नूं मिलण वाला है। और इसे करके तुहानूं अज कश दिता। तुहाडा कोई प्रश्न है तो कर सकते हो। मैं ये दसदा उन्हां वालों कोई कसर नहीं है। मैं तुहानूं कहना 100 वोट उन्हां दी कैलकुलेशन च गड़बड़ हो गई। उन्होंने लगा कि इन्ने क वोट पा लिया तो साडा काम सर गया। लेकिन उत्थे जनमत उन्होंने अगेंस्ट इतना सी कि जैली वोटां पाने तो बाद भी उन्होंने पता लगा 23 वोटां ते हार गए, 35 वोटां ते हार गए, 40 वोटां ते हार गए। जे उन्होंने किते इस गल का इलम हुंदा कि जनमत उन्होंने अगेंस्ट इतना है तो वह इनू होर भी लुट करते। ये कोई उन्होंने दया के उत्ते नहीं है, उन्होंने वालों कोई कसर नहीं है। ये अपने द्वारा किए गए कामां नूं पापां नूं छुपा नहीं सकते, उन्होंने वालों कोई कसर नहीं है। लेकिन उतों का जनमत प्रबल इतना अगेंस्ट सी उन्होंने कि जैली बूथ कैप्चरिंग तो बाद भी उन्होंने तसल्ली हो गई जिले कि नहीं हुण साडा काम हो गया। लेकिन जिले मशीनां खुलियां उन्होंने मत्थे ते त्रिबड़ियां जरूर पईयां कि यार इत्थे किदां जित गए, ये तो असीं काम कर लेदा सी। इस करके मैं ये कह रहा सवाल है सीटां 4 वध आईयां घट आईयां, ये आया बीजेपी लिए इस बारी कमल का निशान फड़ के खड़े होना सब तो बड़ी चुनौती सी। अपने कार्यकर्ता ने उस चुनौती को स्वीकार किया, प्रशासन नाल भी लड़िया, सरकार नाल भी लड़िया और गुंडा तत्व नाल भी लड़िया। लेकिन कमल के निशान के उत्ते चुनाव लड़के एक नवा संदेश दिता कि भारतीय जनता पार्टी का कार्यकर्ता हर परिस्थिति के अंदर अडिग है और खड़ा है और आने वाली किसी भी चुनौती का सामना करने लिए तैयार है। ये संदेश इस चुनाव के दौरा भारतीय जनता पार्टी ने पंजाब के पंजाबियों को दिता कि असी पूरी तरह नाल तैयार। ऐसा है कि किसान बिल, एग्रीकल्चर बिल का असर इस चोणा में देखने को मिला या नहीं? ऐसा कि इस ऐसा है ते बाकियां का जिहड़ा हाल होया वो तो सारे नाल नाल ही ना। इस जवाब की बड़ा जवाब है। आम आदमी पार्टी या दूसरिया पार्टियां, अकाली दल भी ले लो, बाकी भी ले लो जिहड़े खड़े सी, बीएसपी ले लो। कारण की है कि लोकतंत्र की पूरी तरह नाल हत्या हुई है। इस चुनाव नूं लुटिया गया, जितया नहीं गया।
ਜਨਮਤ ਦੇ ਵਿਪਰੀਤ ਜਿਹੜਾ ਹੈ ਉਹ ਫਤਵਾ ਲਿਆ ਸਰਕਾਰੀ ਤੰਤਰ ਦੇ ਨਾਲ। ਸ਼ਰਮਾ ਸਾਹਿਬ ਸਵਾਲ ਕਰਾਂ ਪੁੱਛ ਸੀਗਾ ਛੋਟੇ ਵੀਰ ਸਾਹਿਬ ਕਿ ਜਿਹੜੀ ਉਹਦਾ ਤੁਸੀਂ ਕਾਰਨ ਹੈ ਕਿ ਤੁਸੀਂ ਇਹ ਮੰਨਦੇ ਹੋ ਕਿ ਬਾਕੀ ਪਾਰਟੀਆਂ ਤੇ ਵੀ ਅਸਰ ਪਿਆ ਤੇ ਇਹਦਾ ਅਸਰ ਸਾਡੇ ਤੇ ਵੀ ਪਿਆ? ਨਹੀਂ, ਮੇਰੀ ਗੱਲ ਸੁਣੋ। ਮੈਂ ਇੱਕ ਜਵਾਬ ਇਹ ਦਿੱਤਾ ਹੈ ਕਿ ਜੇ ਤੁਹਾਡੀ ਗੱਲ ਨੂੰ ਮੈਂ ਮੰਨਾਂ ਤੇ ਬਾਕੀਆਂ ਦੇ ਕੀ ਹੋਇਆ ਫਿਰ? ਮਤਲਬ ਤਾਂ ਉਹੀ ਹੈ ਨਾ ਜੀ, ਫਿਰ ਇਤਨਾ ਅਸਰ ਕਾਹਦਾ ਅਸਰ ਬਾਕੀ ਤਾਂ ਨਾਲ ਨਹੀਂ, ਫਿਰ ਉਹਨੂੰ ਨਹੀਂ, ਮੇਰੀ ਗੱਲ ਨਹੀਂ ਸੁਣਦੇ। ਉਹ ਤਾਂ ਜਿਨ੍ਹਾਂ ਨੇ ਕਦੀ ਕਿਸਾਨ ਦੇ ਹਿੱਤ 'ਚ ਕੁਝ ਨਹੀਂ ਕੀਤਾ, ਅਮਰਿੰਦਰ ਦੀ ਸਰਕਾਰ ਜਿਹੜੀ ਕਿਸਾਨ ਦੇ ਲਈ ਪੂਰਨ ਰਿਣ ਮਾਫ ਕਰਨ ਦਾ ਵਾਅਦਾ ਕਰਕੇ ਵੋਟਾਂ ਲੈ ਕੇ ਆਈ ਸੀ, ਜਾਂ ਦੂਜੀਆਂ ਪਾਰਟੀਆਂ ਜੋ ਹੋੜ ਲੱਗੀ ਹੋਈ ਸੀ ਕਿ ਅਸੀਂ ਵਿਦੇਸ਼ੀ ਹਾਂ, ਉਹਨਾਂ ਦਾ ਕੀ ਅਸਰ ਹੋਇਆ ਫਿਰ? ਸਪਸ਼ਟ ਕਹਿ ਦੋ ਨਾ ਜੀ, ਅਸਰ ਨਹੀਂ ਹੈ ਫਿਰ ਆਪਣੀ ਦੂਰ ਮੈਂ ਜਿੰਨਾ ਸਵਾਲ ਤੁਹਾਡਾ ਜਵਾਬ ਤਾਂ ਮੇਰਾ ਹੀ ਹੈ ਨਾ। ਇੱਕ ਕਰਕੇ ਇੱਕ ਮਿੰਟ ਕਿਸਾਨੀ ਅੰਦੋਲਨ ਦਾ ਅਸਰ ਸੀ ਜਾਂ ਨਹੀਂ? ਕਿਸਾਨ ਦੀ ਆੜ ਦੇ ਅੰਦਰ ਕਾਂਗਰਸ ਦੇ ਗੁੰਡਿਆਂ ਦੁਆਰਾ ਕਿਸਾਨੀ ਝੰਡਾ ਫੜ ਕੇ ਜਿਸ ਪ੍ਰਕਾਰ ਚੁਣਾਵ ਨੂੰ ਵਾਅਦੇ ਕੀਤਾ ਗਿਆ, ਜਿਸ ਪ੍ਰਕਾਰ ਕੈਂਡੀਡੇਟਾਂ ਨੂੰ ਘਰਾਂ ਤੋਂ ਨਹੀਂ ਨਿਕਲਣ ਦਿੱਤਾ ਗਿਆ, ਜਿਸ ਤਰੀਕੇ ਨਾਲ ਡਰ ਦਾ ਮਾਹੌਲ ਬਣਾਇਆ ਗਿਆ, ਉਹਦਾ ਅਸਰ ਜ਼ਰੂਰ ਥੋੜਾ ਸੀ। ਉਹਨਾਂ ਦਾ ਬਿਆਨ ਆਇਆ, ਉਹ ਕਹਿੰਦੇ ਕਿ ਅਸੀਂ ਅਕਾਲੀ ਦਲ ਦੇ ਨਾਲ ਅਲਾਈਅੰਸ ਦੇ ਵਿੱਚ ਲੜਦੇ ਸੀਗੇ, ਪਰ ਅਸੀਂ ਪੰਜਾਬ ਦੇ ਵਿੱਚ ਕਮਜ਼ੋਰ ਆ। ਕੀ ਤੁਹਾਡੇ ਵੱਲੋਂ ਕਦੇ ਉਹਨਾਂ ਦੱਸਿਆ ਨਹੀਂ ਗਿਆ ਉਹਨਾਂ ਦਾ ਐਸਾ ਪੰਜਾਬ 'ਚ ਵੀ ਕਮਜ਼ੋਰ ਸੀ ਅਸੀਂ? ਐਸਾ ਹੈ ਕਿ ਇਹ ਜਿਹੜਾ ਸ਼ਬਦ ਤੁਸੀਂ ਲਾਸਟ 'ਚ ਬੋਲਿਆ ਨਾ, ਇਹ ਸ਼ਬਦ ਉਹਨਾਂ ਨੇ ਕਿਤੇ ਨਹੀਂ ਬੋਲਿਆ। ਸੁਣ ਲਓ ਫਿਰ, ਮੈਂ ਸੁਣ ਲਿਆ। ਉਹਦੇ ਅੰਦਰ ਉਹਨਾਂ ਨੇ the result of municipal corporation polls in Punjab with farmers education. We were weak in Punjab and used to fight polls in alliance with Akali Dal. ਠੀਕ ਹੀ ਉਹਦਾ ਦੇਖਿਆ, ਅਸੀਂ 23 ਤੇ ਲੜਦੇ ਸੀ, ਉਹ 94 ਤੇ ਲੜਦੇ ਸੀ। ਮੇਰੀ ਗੱਲ ਸੁਣੋ ਨਾ, ਅੱਜ ਅਸੀਂ 1059 ਸੀਟਾਂ ਤੇ ਲੜੇ ਆ। ਕਮਾਲ ਹੈ। ਤੁਸੀਂ ਮੰਨਦੇ ਹੋ ਕਿ ਕਮਜ਼ੋਰ ਸੀ? ਅਰੇ ਮੇਰੀ 23 ਸੀਟਾਂ ਤੇ ਲੜਨ ਵਾਲੇ 1059 ਸੀਟਾਂ ਦੇ ਉੱਤੇ ਕਮਲ ਦੇ ਨਿਸ਼ਾਨ ਤੇ ਕੈਂਡੀਡੇਟ ਖੜੇ ਕਰ ਦੇਣ, ਇਹ ਕਮਜ਼ੋਰੀ ਹੈ ਜਾਂ ਕਾਰਜਕਰਤਾ ਦੀ ਬਹਾਦਰੀ ਹੈ? ਦੇਖੋ ਮੈਨੂੰ ਨਹੀਂ ਲੱਗਦਾ ਕਿ ਕੋਈ ਇਹਦਾ ਕੋਈ ਵਿਸ਼ੇਸ਼ ਅਸਰ ਹੋਇਆ। ਇੱਕ ਕਰਕੇ ਗੱਲ ਕਰੋ ਤੇ ਜ਼ਿਆਦਾ ਠੀਕ ਰਹੇਗਾ ਜੀ। ਤੁਸੀਂ ਪੰਜਾਬ ਚੋਣ ਕਮਿਸ਼ਨ ਦੇ ਸਵਾਲ ਚੁੱਕੇ ਨੇ, ਤੁਸੀਂ ਕਿਹਾ ਕਿ ਅਗਲੀਆਂ 2022 ਦੇ ਚੋਣਾਂ ਹੋਣਗੀਆਂ ਤਾਂ ਦੇਸ਼ ਦਾ ਚੋਣ ਕਮਿਸ਼ਨ ਕੰਮ ਕਰੂਗਾ, ਲੇਕਿਨ ਜਿਹੜੇ ਲੋਕ ਪ੍ਰਤੀਨਿਧੀ ਨੇ ਉਹ ਦੇਸ਼ ਦੇ ਚੋਣ ਕਮਿਸ਼ਨ ਦੇ ਸਵਾਲ ਚੁੱਕ ਰਹੇ ਨੇ, ਖਾਸ ਤੌਰ ਤੇ ਈਵੀਐਮ ਮਸ਼ੀਨਾਂ ਦੇ ਉੱਤੇ। ਹੁਣ ਈਵੀਐਮ ਮਸ਼ੀਨਾਂ ਠੀਕ ਆ ਨਾ? ਮੇਰੀ ਗੱਲ ਨਹੀਂ ਸਮਝੇ। ਹੁਣ ਮੈਂ ਇਤਨਾ ਹੀ ਇੱਕ ਲਾਈਨ ਦਾ ਜਵਾਬ ਹੈ, ਅੱਜ ਈਵੀਐਮ ਮਸ਼ੀਨਾਂ ਠੀਕ ਹੈ ਬਸ। ਬੀਜੇਪੀ ਦੇ ਉਮੀਦਵਾਰ ਉਹਨਾਂ ਨੇ ਸਵਾਲ ਖੜੇ ਕੀਤੇ, ਕਹਿੰਦੇ ਈਵੀਐਮ 'ਚ ਗੜਬੜੀ ਹੋਈ ਹੈ। ਬੀਜੇਪੀ ਦੇ ਉਮੀਦਵਾਰ ਨੇ ਸਵਾਲ ਖੜੇ ਕੀਤੇ ਨੇ। ਈਵੀਐਮ 'ਚ ਗੜਬੜੀ ਦੀ ਗੱਲ ਨਹੀਂ ਕਹੀ ਉਹਨਾਂ ਨੇ, ਤੁਸੀਂ ਉਹਨਾਂ ਦੇ ਬਿਆਨ ਨੂੰ ਇਹ ਨਾ ਕਰੋ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੋਟਾਂ ਦੇ ਦੁਆਰਾ ਪੂਰੀ ਤਰ੍ਹਾਂ ਨਾਲ ਕੈਪਚਰਿੰਗ ਕਰਕੇ ਈਵੀਐਮ 'ਚ ਵੋਟਾਂ ਪਾਈਆਂ। ਮੈਨੂੰ ਦੇਸ਼ ਦੇ ਚੁਣਾਵ ਆਯੋਗ ਤੇ ਵਿਸ਼ਵਾਸ ਹੈ, ਈਵੀਐਮ ਤੇ ਵੀ ਵਿਸ਼ਵਾਸ ਹੈ। ਮੈਂ ਈਵੀਐਮ ਦੇ ਉੱਤੇ ਕੋਈ ਗੱਲ ਕਹਿ ਰਿਹਾ ਹਾਂ ਇਹ ਤਾਂ ਉਹਨਾਂ ਕੋਲ ਪੁੱਛੋ ਨਾ ਜਿਹੜੇ ਅੱਜ ਜਿੱਤੇ ਆ ਕਿ ਈਵੀਐਮ ਦਾ ਵਿਸ਼ਵਾਸ ਹੈ। ਪੋਜੀਸ਼ਨ ਦਾ ਉੱਠਿਆ ਲੋਕਾਂ ਦਾ ਕਿਉਂ ਐਸਾ ਹੈ ਕਿ ਦੇਸ਼ ਦੇ ਸੁਰੱਖਿਆ ਨਾਲ ਜੁੜੇ ਹੋਏ ਜਿਹੜੇ ਮਾਮਲੇ ਆ, ਮੈਨੂੰ ਲੱਗਦਾ ਕਿ ਉਹਦੇ ਤੇ ਟਿੱਪਣੀ ਕਰਨਾ ਕੋਈ ਅਰੇ ਬਈ ਲੋਕਤੰਤਰ ਦੇ ਅੰਦਰ ਜਨਤਾ ਦੇ ਮਤ ਦੇ ਅੱਗੇ ਸਿਰ ਝੁਕਾਇਆ ਹੀ ਹੈ, ਲੇਕਿਨ ਇਹ ਜਨਤਾ ਦਾ ਮਤ ਨਹੀਂ ਹੈ, ਇਹ ਡੰਡਾ ਤੰਤਰ ਦਾ ਮਤ ਆਈ। ਵਿਧਾਨ ਸਭਾ 'ਚ 2 ਸੀਟਾਂ ਆਈਆਂ ਸਾਡੀਆਂ ਜਦੋਂ ਪਿਛਲੀ ਵਾਰ, ਤੇ ਅਸੀਂ ਸਿਰ ਝੁਕਾ ਕੇ ਮੰਨਿਆ ਉਹਨੂੰ। ਅੱਜ ਵੀ ਅਸੀਂ ਇਹ ਕਹਿ ਰਹੇ ਹਾਂ ਕਿ ਜਿਹਨਾਂ ਨੂੰ ਮੁਕਾਲਤਾ, ਜਿਹੜੇ ਖੁਸ਼ ਹੋਣਾ ਚਾਹੁੰਦੇ ਆ ਇਸ ਰਿਜ਼ਲਟ ਤੋਂ, ਉਹ ਖੁਸ਼ ਹੋਣ, ਉਹਨਾਂ ਨੂੰ ਮੁਬਾਰਕ ਹੈ। ਅੱਜ ਕੋਈ ਨਵਾਂ ਨਹੀਂ ਆਇਆ ਕਿਉਂਕਿ ਇਸ ਤੋਂ ਪਹਿਲਾਂ ਵੀ 2 ਸੀਟਾਂ ਥੋੜੀਆਂ ਸਭਾ 'ਚ 2 ਸੀਟਾਂ ਪਹਿਲੀ ਕੰਡੀਸ਼ਨ ਬਹੁਤ ਬਾਕੀਆਂ ਦੇ ਸਵਾਲ ਲੈ ਲਈ। ਪੁਰਾਣੀ ਗੱਲ ਛੱਡੋ, ਆਪਾਂ ਫਿਊਚਰ ਦੀ ਗੱਲ ਤੁਹਾਡੇ ਕੋਲੋਂ ਪੁੱਛਣੀ ਹੈ।
ਵੀ ਤੁਹਾਡੀ ਪਾਰਟੀ ਵੀ ਅਕਾਲੀ ਦਲ ਦੇ ਨਾਲ ਕੁਛ ਨਾ ਕੁਛ ਗੱਲ ਕਹਿਣ ਚ ਸੌਖਤ ਹੈ ਤੇ ਅਕਾਲੀ ਦਲ ਵੀ ਬੀਜੇਪੀ ਕਹਿਣ ਦੇ ਵਿੱਚ ਸੌਖਤ ਹੈ। ਕੀ ਇਹਦੇ ਤੋਂ ਇਸ਼ਾਰਾ ਸਮਝ ਲਿਆ ਜਾਏ ਕਿ ਉਹਦੇ ਖਾਤੇ ਦੁਬਾਰਾ ਅਲਾਇੰਸ ਹੋਣ ਦਾ ਨਹੀਂ, ਭਾਰਤੀ ਜਨਤਾ ਪਾਰਟੀ ਆਪਣੇ ਦਮ ਦੇ ਉੱਤੇ ਚੁਣਾਵ ਲੜੇ। ਸੁਨੀਲ ਜਾਖੜ ਜੀ ਨੇ ਇਲਜ਼ਾਮ ਲਾਏ ਨੇ ਸਾਫ਼ ਤੌਰ ਤੇ ਕਿ ਇਹਨਾਂ ਦਾ ਸਾਰਾ ਕੁਝ ਸਾਫ਼ ਹੋ ਗਿਆ, ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਇਕੱਠੇ ਹੋ ਜਾਣਾ, ਉਹਨਾਂ ਨੇ ਸਾਫ਼ ਲੋਕਾਂ ਮੈਂ ਉਹਦੀ ਗੱਲ ਤਾਂ ਕੀ ਕਹੂੰਗਾ, ਉਹ ਅੰਤਰਯਾਮੀ ਹੋਣੇ ਆ। ਹੁਣ ਅੰਤਰਯਾਮੀ ਉਹ ਅੰਤਰਯਾਮੀ ਨੇ। ਬਾਜਵਾ ਸਾਹਿਬ ਨੂੰ ਪੁੱਛ ਲੈਂਦੇ ਹਾਂ, ਬਾਜਵਾ ਸਾਹਿਬ ਨੂੰ ਪੁੱਛਣਾ। ਮਤਲਬ ਦੇਖੋ ਜੋ ਕਾਰਜਕਾਰੀ ਹੋਈ ਤੁਹਾਡੇ ਸਾਹਮਣੇ ਹੈ, ਲੋਕ ਲੋਕਾਂ ਦਾ ਰੁਝਾਨ ਕੀਤਾ ਸਭ ਕੁਝ ਹੈ। ਜਿਹੜਾ ਸਭ ਤੋਂ ਵੱਡਾ ਹੁਣ ਜਿਹੜੀ ਚੁਣੌਤੀ ਹੈ, ਮਤਲਬ ਇੱਕ ਸਾਲ ਹੀ ਨਹੀਂ ਕੁਝ ਮਹੀਨੇ ਰਹਿ ਗਏ ਹੈ, ਉਹ ਅਸੀਂ ਵਿਧਾਨ ਸਭਾ ਦੀ ਚੋਣਾਂ ਜਿਹੜੀ ਵਿਧਾਨ ਸਭਾ ਚੋਣਾਂ ਤੁਸੀਂ ਪਹਿਲੀ ਵਾਰੀ ਹੈ 3 ਸਾਲ ਬਾਅਦ ਪਹਿਲਾਂ ਲੜਦੇ ਸੀ, ਲੇਕਿਨ ਪਹਿਲੀ ਵਾਰੀ ਤੁਸੀਂ ਪਹਿਲੇ ਚੋਣਾਂ ਲੜੋਗੇ ਆ ਕੇ, ਕਿਉਂਕਿ ਇਹਨਾਂ ਹਾਲਾਤ ਦੇ ਵਿੱਚ ਕੀ ਮੰਨਦੇ ਹੋ ਕਿ ਇਹਦੀ ਤੇ ਤੁਸੀਂ ਜਿਹੜੀ ਓਵਰਆਲ ਜਿਹੜੀ ਹੈ ਇੱਕ ਦੋ ਸਵਾਲ ਉੱਠੇ ਨੇ। ਇੱਕ ਤੇ ਇਹ ਆ ਰਹੇ ਨੇ ਕਿ ਜਿਹੜੀ ਉਮੀਦਵਾਰਾਂ ਨੂੰ ਤਲਾਸ਼ ਕਰਨ, ਜਿਸ ਤਰ੍ਹਾਂ ਇਹਨਾਂ ਦੇ ਵਿੱਚ ਦਿੱਕਤ ਆਈ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਜਿਹੜੀ ਹੈ ਸ਼ਾਇਦ ਕੋਈ ਨਵਾਂ ਦਲਿਤ ਕਾਰਡ ਖੇਡਣ ਦੀ ਤਿਆਰੀ ਕਰ ਰਹੀ ਹੈ ਬੀਜੇਪੀ ਜਿਹੜੀ ਹੈ, ਜਿਹੜੇ ਰਾਸ਼ਟਰਪਤੀ ਬੀਜੇਪੀ ਹੈ, ਇਹ 'ਚ ਕਿੰਨੀ ਕੁ ਸੱਚਾਈ ਹੈ। ਦੂਜੀ ਗੱਲ ਹੈ ਕਿ ਵਿਧਾਨ ਸਭਾ ਚੋਣਾਂ ਤੁਸੀਂ ਆ ਕੇ ਪਹਿਲਾਂ ਕਿੱਦਾਂ ਦੀਆਂ ਤੁਸੀਂ ਉਹ ਕਰੋਗੇ, ਕਿਉਂਕਿ ਉਦੋਂ ਵੀ ਦੇਖੋ ਸਰਕਾਰ ਅਸਰ ਤਾਂ ਹੁੰਦਾ ਇਲੈਕਸ਼ਨ ਕਮਿਸ਼ਨ, ਲੇਕਿਨ ਫਿਰ ਵੀ ਤੁਹਾਡੀ ਨੰਬਰ ਤੀਜੇ ਤੇ ਆਉਣਾ, ਆਪ ਤੋਂ ਉਹਨਾਂ ਦਾ ਕਾਲੀਆਂ ਦੂਜੇ ਤੇ ਆਉਣਾ, ਫਿਰ ਤੁਸੀਂ ਕਿਵੇਂ ਮੰਨਦੇ ਹੋ ਅਗਰ ਧੱਕਾ ਹੋਇਆ ਤੇ ਫਿਰ ਨੰਬਰ 2 ਤੋਂ ਵੀ ਨਾ ਦੇਗੇ, ਫਿਰ ਨੰਬਰ 1 ਬਿਲਕੁਲ ਕੋਬਰਾ ਦੀ ਰਹਿੰਦੀ ਆਪਣਾ। ਐਸਾ ਹੈ ਕਿ 50 ਚੋਂ 49 ਸੀਟਾਂ ਜਿੱਤਣਾ ਅਬੋਹਰ ਦੇ ਅੰਦਰ, ਇਹ ਆਪਣੇ ਆਪ 'ਚ ਬਹੁਤ ਕੁਝ ਦਰਸਾਉਂਦਾ ਹੈ। ਰਹੀ ਗੱਲ, ਬੀਜੇਪੀ ਸਮੁੱਚੇ ਪੰਜਾਬੀਆਂ ਦੀ ਪਾਰਟੀ ਹੈ ਔਰ ਅਸੀਂ ਪੂਰੇ ਪੰਜਾਬੀਆਂ ਦਾ ਕਾਰਡ ਖੇਲਣਾ ਚਾਹੁੰਦੇ ਹਾਂ। ਪਰ 403 ਵਿੱਚੋਂ ਤੁਹਾਡੀ 312 ਸੀਟਾਂ ਲੋਕ ਸਭਾ ਚ ਆਉਂਦੀਆਂ, ਉਹ ਵੀ ਬੜੇ ਵੱਡੇ ਸਵਾਲ ਖੜੇ ਹੋ ਗਏ ਨੇ ਈਵੀਐਮ ਤੇ, ਤੁਸੀਂ ਉੱਤੇ ਵੀ ਨਹੀਂ ਬੋਲ ਰਹੇਗੇ ਕਿ ਜਦੋਂ ਲੋਕ ਮੈਂ ਈਵੀਐਮ ਤੇ ਹੁਣ ਵੀ ਨਹੀਂ ਬੋਲ ਰਿਹਾ, ਮੈਨੂੰ ਈਵੀਐਮ ਤੇ ਪੂਰਾ ਵਿਸ਼ਵਾਸ ਹੈ। ਇੱਕ ਸਵਾਲ ਹੋ ਗਿਆ ਨਾ ਜਿਹੜਾ ਉਹਦੇ ਨਾਲ ਸੰਬੰਧਿਤ। ਗੁਰਦਾਸਪੁਰ ਦੀ ਸਥਿਤੀ ਨੂੰ ਕਿਵੇਂ ਦੇਖਦੇ? ਗੁਰਦਾਸਪੁਰ ਦੇ ਵਿੱਚ ਤਾਂ ਭਾਜਪਾ ਦੇ ਐਮਪੀ ਹੈਗੇ ਨੇ, ਹੁਸ਼ਿਆਰਪੁਰ ਦੀ ਗੱਲ ਕਰ ਲਈ ਉੱਥੇ ਐਸਾ ਹੈ, ਭਾਜਪਾ ਦੇ ਐਮਪੀ ਦੇ ਸਵਾਲ ਪਤਾ ਲੈ ਲਓ, ਮਤਲਬ ਸਿੰਗਲ ਡਿਜਿਟ ਤੇ ਜਿਹੜੀ ਹੈ ਭਾਜਪਾ ਸਿਮਟ ਕੇ ਰਹਿ ਗਈ ਹੈ। 6 ਵੋਟਾਂ ਨੂੰ ਪੈ ਗਈਆਂ, ਪਰ ਭਾਜਪਾ ਨੂੰ ਜਿਹੜੀਆਂ 4 ਵੋਟਾਂ ਪਈਆਂ ਨੇ। ਕਿੱਥੇ? ਸਿੰਗਲ ਹੁਸ਼ਿਆਰਪੁਰ ਦੇ ਟਾਂਡਾ ਦੇ ਵਿੱਚ ਹੈਗੀਆਂ ਨੇ ਵਾਰਡ ਨੰਬਰ, ਮੈਂ ਉਹ ਵੀ ਤੁਹਾਨੂੰ ਦੱਸ ਦਿੰਦਾ। ਐਸਾ ਇੱਕ ਗੱਲ ਸਮਝ ਲੈ, ਇਹ ਭਏ ਦੇ ਵਾਤਾਵਰਣ ਦੇ ਕਾਰਨ ਬਹੁਤ ਸਾਰਾ ਵੋਟਰ ਜਿਹੜਾ ਹੈ ਉਹ ਬਾਹਰ ਨਹੀਂ ਆਇਆ। ਦੂਸਰਾ ਕੀ ਹੈ ਕਿ ਇਸ ਤੁਸੀਂ ਵੀ ਇਕੱਲੇ ਆਪਣੇ ਆਪ ਨੂੰ ਪੁੱਛੋਗੇ ਨਾ ਤੇ ਤੁਹਾਨੂੰ ਵੀ ਇਹ ਸੰਤੋਸ਼ ਹੋਏਗਾ ਕਿ ਬੀਜੇਪੀ ਇਹ ਚੁਣਾਵ ਕਿੱਦਾਂ ਲੜ ਗਈ ਹੈ। ਪਹਿਲਾਂ ਇਹੀ ਪੱਤਰਕਾਰ ਕਹਿੰਦੇ ਸੀ ਕਿ ਇਹ ਕੈਂਡੀਡੇਟ ਕਿੱਥੋਂ ਲੱਭੋਗੇ, ਕੈਂਡੀਡੇਟ ਲੱਭਦੇ ਆਈ ਤੁਹਾਨੂੰ, ਖੜੇ ਵੀ ਕਰਤੇ, ਲਾਸਟ ਦਿਨ ਤੱਕ ਉਹ ਚੁਣਾਵ ਵੀ ਲੜ ਗਏ। ਰਹੀ ਗੱਲ परिणाम ਦੀ, परिणाम ਇਸ ਤੋਂ ਕਈ ਗੁਣਾ ਬਿਹਤਰ ਹੁੰਦੇ ਅਗਰ ਨਿਸ਼ਪਕਸ਼ ਚੁਣਾਵ ਆਉਂਦਾ। ਸ਼ਰਮਾ ਜੀ ਇਲਜ਼ਾਮ ਤਾਂ ਇਹ ਲੱਗ ਰਹੇ ਕਿ ਪੈਸੇ ਦੇ ਕੇ ਕੈਂਡੀਡੇਟ ਖੜੇ ਕੀਤੇ ਗਏ। ਚਲੋ ਇਹ ਮੈਂ ਤੁਹਾਡੇ ਕੋਲੋਂ ਜਾਣਕਾਰੀ ਆਈ ਹੈ, ਮੈਨੂੰ ਲੱਗਦਾ ਅੱਛਾ ਹੈ। ਭਾਜਪਾ ਦੀ ਸਭ ਤੋਂ ਵੱਡੀ ਕਾਮਯਾਬੀ ਜਾਂ ਉਪਲਬਧੀ ਨਗਰ ਨਿਗਮ ਚੋਣਾਂ ਜਿਹੜੀ ਹੈ ਕਿ ਕੈਂਡੀਡੇਟ ਖੜੇ ਕਰ ਸਕੀ ਆ। ਹਾਂਜੀ, ਭਾਜਪਾ ਦੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਬੀਜੇਪੀ ਕੈਂਡੀਡੇਟ ਖੜੇ ਵੀ ਕਰ ਪਈ ਹੈ ਔਰ ਦ੍ਰਿੜਤਾ ਨਾਲ ਆਪਣਾ ਕੈਡਰ ਜਿਹੜਾ ਉਹਨੂੰ ਐਕਟੀਵੇਟ ਕਰ ਪਈ ਹੈ। 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਕਿਹਦੇ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੀ ਹੈ? ਕਿਹਦੇ ਨਾਲ? 2022 ਚ ਕਿਹਨੂੰ ਟੱਕਰੇ ਤੇ ਦੇ ਰਹੇ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ? ਕੰਪੀਟੀਸ਼ਨ ਕਿਸ ਨੂੰ ਮੰਨਦੇ ਹੋ ਆਪਣਾ? ਐਸਾ ਜਿਹੜਾ ਸੱਤਾ 'ਚ ਹੁੰਦਾ ਨਾ, ਹਮੇਸ਼ਾ ਕੰਪੀਟੀਸ਼ਨ ਉਹਦੇ ਨਾਲ ਹੀ ਰਹਿੰਦਾ ਕਿ ਉਹਨੂੰ ਸੱਤਾ ਤੋਂ ਉਤਾਰਨਾ। ਸ਼ਰਮਾ ਜੀ, ਪੰਜਾਬ ਦੇ ਵਿੱਚ ਬਹੁਤ ਥਾਈਂ ਜਿਹੜੇ ਤੁਹਾਡੇ ਕੈਂਡੀਡੇਟ ਆ ਜਿਹੜੇ ਭਾਜਪਾ ਦੇ ਕੈਂਡੀਡੇਟ ਸੀ ਆਜ਼ਾਦ ਲੜੇ ਨੇ ਚੋਣ, ਬਹੁਤ ਥਾਈਂ ਐਸਾ ਕਿ ਹਰ ਪਾਰਟੀ ਦੇ, ਮੈਂ ਸੁਣ ਲਿਆ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਪਾਰਟੀ ਜਾਬਤੇ ਦੀ ਲਗਣਾ ਤੁਸੀਂ ਐਸਾ ਹੈ। ਪਾਰਟੀ ਦੇ ਅਹੁਦੇਦਾਰ ਵੀ ਉਹਨਾਂ ਨਹੀਂ, ਮੇਰੇ ਧਿਆਨ 'ਚ ਹੈ ਮਾਮਲਾ। ਔਰ ਬੀਜੇਪੀ ਇੱਕ ਅਨੁਸ਼ਾਸਨਾਤਮਕ ਪਾਰਟੀ ਹੈ, ਇਹਦੇ 'ਚ ਵਿਅਕਤੀ ਨਹੀਂ ਪਾਰਟੀ ਮਹੱਤਵਪੂਰਨ ਹੈ। ਉਹ ਜਿੱਤਿਆ ਹਾਰਿਆ ਇਹ ਵੀ ਮਹੱਤਵਪੂਰਨ ਨਹੀਂ ਹੈ। ਪਾਰਟੀ ਦਾ ਇੱਕ ਸਿਸਟਮ ਹੈ, ਅਨੁਸ਼ਾਸਨਾਤਮਕ ਕਮੇਟੀ ਹੈ, ਉਹਦੇ ਕੋਲ ਸਾਰੇ ਮਾਮਲੇ ਫਾਰਵਰਡ ਹੋਏ ਨੇ। ਹਾਂ, ਕੁਝ ਜਗ੍ਹਾ ਤੇ ਆਜ਼ਾਦ ਲੜਨ ਦੀ ਛੂਟ ਸੀ, ਉੱਥੇ ਵੀ ਆਪਣੇ ਕਾਰਜਕਰਤਾ ਕੋਈ 20-22 ਦੇ ਕਰੀਬ ਜਿੱਤ ਕੇ ਆਏ ਨੇ। ਉੱਥੇ ਆਜ਼ਾਦ ਹੋਰ ਵੀ ਪਾਰਟੀਆਂ ਸਿੰਬਲ ਤੇ ਨਹੀਂ ਲੜੀਆਂ, ਇਸ ਕਰਕੇ ਆਪਣਾ ਵੀ ਵਰਕਰ ਜਿਹੜਾ ਆਜ਼ਾਦ ਲੜਾਇਆ ਸੀ। ਉਹ 20-22 ਕਾਰਜਕਰਤਾ ਦੇ ਉੱਤੇ ਤੇ ਕੋਈ ਐਕਸ਼ਨ ਨਹੀਂ ਹੈ। ਲੇਕਿਨ ਜਿੱਥੇ ਪਾਰਟੀ ਸਿੰਬਲ ਤੇ ਲੜ ਰਹੀ ਹੈ ਉੱਥੇ ਪਾਰਟੀ ਦੇ
ਸਿੰਬਲ ਦੇ ਅਗੇਂਸਟ ਅਗਰ ਕੋਈ ਚੁਣਾਵ ਲੜਿਆ ਤੇ ਪਾਰਟੀ ਦੀ ਅਨੁਸ਼ਾਸਨਾਤਮਕ ਸਮਿਤੀ ਜਿਹੜੀ ਹੈ ਉਹਦੇ ਤੇ ਵਿਚਾਰ ਕਰਕੇ ਪੂਰਾ ਜੋ ਐਕਸ਼ਨ ਬੰਦਾ ਉਹ ਲਏਗੀ। 2022 ਦੀ ਤਿਆਰੀ ਖਿੱਚ ਲਈ ਹੈ ਤੁਸੀਂ, 2022 ਦੀ ਤਿਆਰੀ ਖਿੱਚ ਲਈ ਹੈ। ਮਹਿੰਗਾਈ ਕਿੰਨਾ ਵੱਡਾ ਮੁੱਦਾ ਰਹਿਣ ਵਾਲੀ ਹੈ। ਅੱਜ ਮੈਨੂੰ ਲੱਗਦਾ ਨਗਰ ਨਿਗਮ ਚੋਣਾਂ ਤੇ ਕਰ ਲਈਏ, ਮੈਂ ਤਾਂ ਕੀ ਹੈਗਾ ਵਿਸ਼ੇ ਦਾ ਵਿਸ਼ੇ ਅੰਤਰ ਹੋ ਜਾਂਦਾ। ਮੈਂ ਵਿਸ਼ੇ ਅੰਤਰ ਨਾ ਕਰੀ 22 ਲਈ ਪ੍ਰੈਸ ਕਾਨਫਰੰਸ ਜ਼ਿਲ੍ਹੇ 22 ਦੇ ਲਈ ਅਲੱਗ ਪ੍ਰੈਸ ਕਾਨਫਰੰਸ ਯਾਨੀ ਹਰਪ੍ਰੀਤ ਹੋਰਾਂ ਨੇ ਕਿਹਾ ਕਿ ਸਾਡੇ ਕੋਈ ਟਾਈਮ ਟੀਚਰਸ ਦੇ ਵਾਸਤੇ ਜਿਹੜਾ ਹੈ ਅੱਜ ਦਾ ਦਿਨ ਹੈਗਾ, ਗਲਤੀ ਸੁਧਾਰ ਲੈਣੀ ਚਾਹੀਦੀ ਕੇਂਦਰ ਸਰਕਾਰ। ਕਿਹਦੇ ਜਿਹੜਾ ਜੱਥਾ ਜਾਣਾ ਸੀਗਾ ਪਾਕਿਸਤਾਨ ਦੇ ਨੂੰ, ਅਰੇ ਮੇਰੀ ਗੱਲ ਸੁਣੋ, ਹੋਮ ਮਿਨਿਸਟਰੀ ਨਾਲ ਜੁੜਿਆ ਕੋਈ ਮਾਮਲਾ ਹੈ, ਕੇਂਦਰ ਨਾਲ ਜੁੜਿਆ ਹੋਇਆ ਮਾਮਲਾ ਹੈ, ਉਹਨੂੰ ਹਰ ਇੱਕ ਚੀਜ਼ ਨੂੰ ਅਸੀਂ ਇੱਕੋ ਤਰ੍ਹਾਂ ਦੇ ਚਸ਼ਮੇ ਨਾਲ ਨਾ ਦੇਖੀਏ। ਦੇਸ਼ ਦੇ ਸੰਦਰਭ ਦੇ ਅੰਦਰ ਵੀ ਸੋਚਣ ਦੀ ਆਦਤ ਪੈਣੀ ਚਾਹੀਦੀ। ਭਾਈ ਸਾਹਿਬ ਇੱਕ ਮਿੰਟ ਭਾਈ ਸਾਹਿਬ ਠਹਿਰ ਜਾਓ। ਇਹਨਾਂ ਦੀ ਸੁਣ ਲਈਏ। ਵਿੱਚ ਟੋਟਲ 39 ਲੱਖ ਤੇ 7,000 ਵੋਟਾਂ ਦਾ ਟੋਟਲ ਸੀ ਲਿਸਟਾਂ ਤੇ ਜਿਹੜੀ ਵਿਧਾਨ ਸਭਾ ਚ ਚੋਣਾਂ ਹੋਣੀਆਂ ਉੱਥੇ 2 ਕਰੋੜ 11 ਲੱਖ ਦਾ ਹੈ ਤੇ ਇਹ ਜਿਹੜਾ ਤੁਸੀਂ ਚੋਣ ਲੜੀ ਹੈ ਇਹਦੇ ਵਿੱਚ ਤਾਂ ਕਹਿੰਦੇ ਆ ਡੰਡਾ ਤੰਤਰ ਚੱਲਿਆ, ਉਹਦੇ ਵਿੱਚ ਜ਼ਿਆਦਾ ਹੁਣ ਜਿਹੜੀ ਰੂਰਲ ਵੋਟ ਹੋਰ ਆਉਣੀ ਆ ਉਹਦੇ ਵਿੱਚ ਤੁਹਾਡੀ ਪਰਫਾਰਮੈਂਸ ਦਾ ਤੁਹਾਨੂੰ ਕੀ ਅੰਦਾਜ਼ਾ ਹੈ? ਐਸਾ ਹੈ ਕਿ ਪੇਂਡੂ ਵੋਟ ਹੈ ਐਸਾ ਹੈ ਕਿ ਪਾਰਟੀ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੰਭੀਰਤਾ ਦੇ ਨਾਲ ਵਿਵੇਚਨਾ ਵੀ ਕਰਦੀ ਹੈ। ਰਣਨੀਤੀ ਤਾਂ ਕੋਈ ਪਾਰਟੀ ਨਹੀਂ ਦੱਸਦੀ ਨਾ, ਰਣਨੀਤੀ ਤਾਂ ਮੀਡੀਆ ਦੇ ਲਈ ਨਹੀਂ ਹੈ ਨਾ। ਅਕਸਰ ਕਿਹਾ ਜਾਂਦਾ ਮੈਂ ਇੱਕ ਸ਼ਬਦ ਪ੍ਰਯੋਗ ਕੀਤਾ ਕਿ ਬੀਜੇਪੀ ਪੂਰੇ ਸਮੁੱਚੇ ਪੰਜਾਬੀਆਂ ਦਾ ਕਾਰਡ ਖੇਲੇਗੀ। ਉਹ 'ਚ ਪਿੰਡ ਵੀ ਆ ਜਾਂਦਾ, ਸ਼ਹਿਰ ਵੀ ਆ ਜਾਂਦਾ ਤੇ ਕਸਬਾ ਵੀ ਆ ਜਾਂਦਾ। ਸ਼ਰਮਾ ਜੀ ਤੁਸੀਂ ਕਿਹਾ ਵੀ ਲੋਕਤੰਤਰ ਦਾ ਕਤਲ ਹੋਇਆ, ਡੰਡਾ ਤੰਤਰ ਹੋਇਆ, ਚੋਣਾਂ ਲੁੱਟੀਆਂ। ਇਹੀ ਗੱਲਾਂ 2015 ਦੇ ਵਿੱਚ ਜਦੋਂ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੇ ਨਗਰ ਨਿਗਮ ਦੀਆਂ ਚੋਣਾਂ ਜਿੱਤੀਆਂ, ਨਗਰ ਕੌਂਸਲਾਂ ਜਿੱਤੀਆਂ, ਇਹੀ ਦੋਸ਼ ਆ ਜਿਹੜੇ ਕਾਂਗਰਸ ਵਾਲੇ ਲਾ ਰਹੇ ਸਨ। ਸੇਮ ਜੋ ਵਾਰਡਿੰਗ ਤੁਸੀਂ ਕਹੀ ਆ ਉਦੋਂ ਆਪੋਜੀਸ਼ਨ ਉਹ ਕਹਿ ਰਹੇ ਸੀਗੇ। ਉਦੋਂ ਅਕਾਲੀ ਦਲ ਕਹਿ ਰਿਹਾ ਸੀਗਾ ਵੀ ਸਰਕਾਰ ਦੀਆਂ ਨੀਤੀਆਂ ਪਰ ਮੋਹਰ ਲਾਈ ਆ, ਅੱਜ ਕਾਂਗਰਸ ਕਹਿ ਰਹੀ ਆ। ਕੀ ਤੁਸੀਂ ਇਹ ਮੰਨਦੇ ਆ ਕਿ ਜਿਹੜੀ ਸਰਕਾਰ ਹੁੰਦੀ ਆ ਜਾਂ ਪੋਲੀਟੀਕਲ ਆਗੂ ਆ ਉਹ ਸਰਕਾਰੀ ਮਸ਼ੀਨਰੀ ਦੀ ਰੱਜ ਕੇ ਦੁਰਵਰਤੋਂ ਕਰਦੇ ਆ? ਐਸਾ ਕਿ ਇਹ ਦੇਸ਼ ਦੇ ਅੰਦਰ ਸਰਕਾਰਾਂ ਆਣੀਆਂ ਜਾਣੀਆਂ, ਲੋਕਤੰਤਰ ਸਥਾਈ ਹੈ ਔਰ ਲੋਕਤੰਤਰ ਦੇ ਅੰਦਰ A ਕਰੇ B ਕਰੇ, ਜੋ ਗਲਤ ਹੈ ਉਹ ਗਲਤ ਹੈ। ਔਰ ਇਹ ਸਵਸਥ ਲੋਕਤੰਤਰ ਦੇ ਅੰਦਰ ਜਨਮਤ ਨੂੰ ਹਾਈਜੈਕ ਕਰਨਾ ਕਿਸੇ ਵੀ ਸੂਰਤ ਤੇ उचित नहीं ठहराया जा सकता। सर पंजाब में तो एक ट्रेंड है ये कि कहते हैं जेडी सरकार है उधर निकाय चुनाव, चलो हर बार ही कहते हैं लोकतंत्र की हत्या होगी है। मेरा जो अपना मत है या मेरी पार्टी का मत है कि लोकतंत्र के निर्णय लोकतांत्रिक तरीके नाल ही होना चाहिए। शर्मा जी केवल एक सवाल लगातार डेडलॉक ਨੂੰ ਬਰਕਰਾਰ ਹੈ ਕਿਸਾਨਾਂ ਤੇ ਕੇਂਦਰ ਦੀ ਸਰਕਾਰ ਦਾ ਕੀ ਲੱਗਦਾ ਹੈ ਮੂਡ ਕੀ ਹੈਗਾ ਕਿ ਕੋਈ ਮੈਨੂੰ ਲੱਗਦਾ ਅੱਜ ਮੈਂ ਨਾ ਨਗਰ ਨਿਗਮ ਦੇ ਨਾਲ ਸੰਬੰਧਿਤ ਆਪਣੀ ਜਾਣਕਾਰੀ ਲਈ ਬੁਲਾਇਆ। ਮੇਰਾ ਕੇਵਲ ਇਹਦੇ ਅੰਦਰ ਮੇਰਾ ਕੇਵਲ ਇਹਦੇ ਅੰਦਰ ਇਤਨਾ ਹੀ ਕਹਿਣਾ ਹੈ, ਕੋਈ ਵੀ ਸਮੱਸਿਆ ਉਹਦਾ ਸਮਾਧਾਨ ਟੇਬਲ ਤੇ ਨਿਕਲਦਾ। ਮੈਂ ਪਿਛਲੀ ਪ੍ਰੈਸ ਕਾਨਫਰੰਸ 'ਚ ਵੀ ਇੱਕ ਪ੍ਰਸ਼ਨ ਤੁਹਾਡੇ ਲਈ ਛੱਡਿਆ ਸੀ, ਤੁਸੀਂ ਮੇਰੇ ਲਈ ਛੱਡ ਦਿਓ, ਮੈਂ ਤੁਹਾਡੇ ਲਈ ਛੱਡਿਆ ਸੀ। ਮੈਂ ਉਹਨੂੰ ਹੋਰ ਤਰੀਕੇ ਨਾਲ ਕਰਨਾ ਕਿ ਇੱਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਮੇਰੀ ਤੇ ਲਾਲਪੁਰਾ ਜੀ ਦੀ ਆਪਸ 'ਚ ਮਾਨੋ ਝਗੜਾ ਹੋ ਗਿਆ। ਤੀਜਾ ਬੰਦਾ ਆਇਆ ਕਿ ਇਸ ਟੁਕੜੇ 'ਚ ਤੁਸੀਂ ਵੀ ਨਹੀਂ ਜਾਣਾ, ਮੈਂ ਵੀ ਨਹੀਂ ਜਾਣਾ, 1.5 ਸਾਲ ਆਪਸ 'ਚ ਬੈਠਾਂਗੇ, ਬੈਠ ਕੇ ਤੈਅ ਕਰਾਂਗੇ ਕਿ ਇਹਦੇ ਤੇ ਅਧਿਕਾਰ ਕਿਹਦਾ। ਜਦੋਂ ਕੇਂਦਰ ਦੀ ਇਹ ਆਫਰ ਆਈ ਸੀ ਕਿ 1.5 ਸਾਲ ਲਈ ਇਹਨੂੰ ਰੋਕਤਾ, ਮਿਲ ਬੈਠਾਂਗੇ, ਮਿਲ बैठ के समाधान कढ़ांगे, उस तो बाद आंदोलन क्यों? क्या ये प्रश्न नहीं है क्या? लोकतंत्र के अंदर अज जिहड़ा और ये बावजूद भी देश के प्रधानमंत्री ने ये कहता कि भाई जो गलबात तुहाडी लास्ट होई दी है वो स्टैंड है, उस तो अगे भी गलबात कर लेते हैं। तो इस करके मैनूं लगदा कि ये प्रश्न पंजाब के हित च ये गल भी चुकाउणी चाहिदी है। ये बीजेपी के हित की गल नहीं है, ये पंजाब दे पंजाबियां दे किसान दे किसानी दे हित की गल है कि अगर सरकार ने ये गल कही सी कि 1.5 साल ਲਈ ਇਹਨੂੰ लागू नहीं करांगे, मिल बैठांगे, सहमति बनावांगे,
ਫਿਰ ਅੱਗੇ ਵਧਾਂਗੇ, ਫਿਰ ਅੰਦੋਲਨ ਕਿਉਂ? ਮੇਰਾ ਪ੍ਰਸ਼ਨ। ਤੁਹਾਨੂੰ ਸਿਆਸੀ ਨੁਕਸਾਨ ਤਾਂ ਹੋ ਰਿਹਾ ਹੈ, ਆਰਥਿਕ ਨੁਕਸਾਨ ਦੇਸ਼ ਦਾ ਵੀ ਹੋ ਰਿਹਾ ਹੈ, ਪਰ ਤੁਹਾਨੂੰ ਨਹੀਂ ਲੱਗਦਾ ਤੁਹਾਡੀ ਸਰਕਾਰ ਨੂੰ ਗੱਲਬਾਤ ਅੱਗੇ ਤੋਂ ਨਹੀਂ ਪਹਿਲ ਕਰਨੀ ਕਿ ਸਰਕਾਰ ਕਦੋਂ ਨਾ ਕਰ ਰਹੀ ਹੈ? अरे सरकार को अरे ऐसा है कि 26 की घटना तो बाद देश तो बड़ा तो अश्विनी शर्मा भी नहीं हो सकता ना, देश तो बड़ा कोई नहीं, देश के सम्मान तो बड़ा कोई नहीं, देश के सुरक्षा के नाल कोई गलबात हो जाए। जो कुछ लाल किले के अंदर होया उस तो बाद देश का सुभाविक है कि सुरक्षा नूं लैके, देश के सम्मान ਨੂੰ ਲੈ ਕੇ, ਸਵਾਭਿਮਾਨ ਨੂੰ ਲੈ ਕੇ ਕੁਝ ਸਟੈਪ ਹੁੰਦੇ ਨੇ, ਲੇਕਿਨ ਉਹ ਕਿੱਥੇ ਹੈਗਾ? ਉਹਦੇ ਬਾਅਦ ਹੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਤੁਹਾਡੀ ਲਾਸਟ ਗੱਲਬਾਤ ਹੈਗੀ ਆ। ਮੇਰਾ ਇਹ ਪ੍ਰਸ਼ਨ ਹੈ, ਜਿਹੜੀ ਗੱਲਾਂ ਮੈਨੂੰ ਪੁੱਛਦੇ ਹੋ, ਮੈਂ ਇੱਕ ਪ੍ਰਸ਼ਨ ਤੁਹਾਡੇ ਲਈ ਛੱਡਿਆ ਕਿ ਜਿਸ ਗੱਲ ਦੇ 1.5 ਸਾਲ ਲਈ ਹੋਣੀ ਨਹੀਂ ਹੈਗੀ, ਬਹਿ ਕੇ ਤੈਅ ਹੋਣੀ ਹੈ, ਫਿਰ ਕਿਉਂ? ਇਹ ਫਿਰ ਕਿਉਂ ਦਾ ਜਵਾਬ ਜ਼ਰੂਰ ਹੈ। ਉਹ ਲਾਸਟ ਉਹਦੇ 'ਚ ਇਹ ਵੀ ਐਡ ਕੀਤਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਆਲਰੇਡੀ ਇਹ ਲਾਅ ਸਟੇ ਕੀਤੇ ਹੋਏ ਆ। ਜਦੋਂ ਲਾਅ ਸਟੇ ਹੀ ਹੋ ਗਏ ਉਸ ਤੋਂ ਬਾਅਦ ਕਮੇਟੀ ਬਣ ਗਈ, ਕਮੇਟੀ ਵੀ ਕਿਸਾਨਾਂ ਦੇ ਕੰਮ, ਉਹ ਵੀ ਕਿਸਾਨਾਂ ਦੇ ਹਿਸਾਬ ਨਾਲ ਬਣੀ। ਫਿਰ ਜਦੋਂ ਲਾਅ ਇਜ਼ ਇਨ ਐਗਜ਼ਿਸਟੈਂਸ ਹੀ ਨਹੀਂ ਹੈਗਾ, ਦੈਨ ਵਾਈ ਐਜੀਟੇਸ਼ਨ? ਸਰਕਾਰ ਨੇ ਲਾਸਟ ਸਰਕਾਰ ਨੇ ਉਸ ਤੋਂ ਅੱਗੇ ਕਹਿਤਾ ਨਾ ਪ੍ਰਪੋਜ਼ ਦੇ ਵਿੱਚ ਜਿਹੜਾ ਡੇਟ ਜੀ ਜੀ अलग तो प्रेस कॉन्फ्रेंस करांगे, इस पे लग से प्रेस कॉन्फ्रेंस करांगे ਅਸੀਂ बहुत बहुत धन्यवाद सबका। ਇੱਕ ਸਵਾਲ ਲਓ ਜੀ, ਮਹਿਲਾ ਸ਼ਕਤੀ ਤੋਂ ਕੋਈ ਵੀ ਨਹੀਂ ਸਵਾਲ ਲਿਆ ਤੁਸੀਂ। ਮੈਨੂੰ ਦੱਸੋ ਕਿ ਅਗਰ ਉਹਨਾਂ ਦੀ ਪਾਰਟੀ ਦੇ ਇੰਨੇ ਵੱਡੇ ਨੇਤਾ ਕੋਈ ਗੱਲ ਕਹਿ ਰਹੇ ਨੇ, ਉਹਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ। ਅਸੀਂ ਤੇ ਗੱਲਾਂ ਉਠਾਉਂਦੇ ਹੀ ਹਾਂ, ਅਗਰ ਉਹ ਵੀ ਕਹਿ ਰਹੇ ਨੇ ਤੇ ਉਹ ਸਾਡੀ ਗੱਲ ਨੂੰ ਬਲ ਦੇ ਰਹੇ ਨੇ ਜਿਹੜੀ ਗੱਲ ਅਸੀਂ ਕਹਿ ਰਹੇ। ਥੈਂਕ ਯੂ। ਧੰਨਵਾਦ।